देखो ਕੱਚ ਦੇ ਗਲਾਸ 'ਚ ਪਾਣੀ ਅੱਧਾ ਹੋਵੇ ਨਾ ਤਾਂ ਕਈਆਂ ਨੂੰ ਤਾਂ ਅੱਧਾ ਖਾਲੀ ਨਜ਼ਰ ਆਉਂਦਾ, ਕਈਆਂ ਨੂੰ ਭਰਿਆ ਨਜ਼ਰ ਆਉਂਦਾ। ਮੈਨੂੰ ਭਰਿਆ ਨਜ਼ਰ ਆਉਂਦਾ ਬਹੁਤ ਜ਼ਿਆਦਾ ਕਿ ਜੋ ਕੰਮ ਵਿਜੀਲੈਂਸ ਬਿਊਰੋ ਨੇ ਕੀਤਾ, ਜੋ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਕੀਤਾ, ਉਹ ਪੁਰਾਣੇ ਸਮੇਂ 'ਚ ਨਹੀਂ ਹੋਇਆ। ਇਹ ਭਰਿਆ ਹੋਇਆ ਗਲਾਸ ਹੈ, ਪਰ ਅੱਧਾ ਖਾਲੀ ਵੀ ਨਜ਼ਰ ਆ ਰਿਹਾ ਕਿ ਬਾਕੀ ਚੋਰ ਤਾਂ ਅੰਦਰ ਹੈ। ਅਮਰੂਦਾਂ ਦੇ ਬਾਗਾਂ ਦੇ ਸਕੈਮ 'ਚ ਆਈਐਸ ਅਫਸਰਾਂ ਦੀ ਪਤਨੀਆਂ ਦਾ ਕੀ ਹੋਇਆ? ਉਹ ਅੰਦਰ ਨਹੀਂ ਗਏ। ਫਲਿਪਸ ਵਾਲੇ ਮਾਮਲੇ 'ਚ ਬਹੁਤ ਸਾਰੇ ਠੱਗ ਅੰਦਰ ਗਏ ਹੈ, ਪਰ ਨੀਲਿਮਾ ਅੰਦਰ ਨਹੀਂ ਗਈ। ਜੇ ਤੁਸੀਂ 3 ਨੰਬਰ ਇਨਕੁਆਰੀ ਦੇ ਵਿੱਚ ਜਿਹੜੇ ਫਲਿਪਸ ਵਰਗੇ ਹੋਰ 400-500 ਪਲਾਟ ਹੈ ਜਿਹਦੇ ਠੱਗ ਕਹਿੰਦੇ ਸੀ ਸਿਉਂਖ ਆ ਗਈ, ਉਹ ਰਿਕਾਰਡ ਅਸੀਂ ਜਗ ਜ਼ਾਹਰ ਕਰਤਾ, ਉਹਦੇ ਵਿੱਚ ਕਾਰਵਾਈ ਨਹੀਂ ਹੋ ਰਹੀ। ਤੁਸੀਂ 40 ਚੋਰਾਂ ਨੂੰ ਤਾਂ ਅੰਦਰ ਕਰੀ ਜਾਂਦੇ। ਅਲੀ ਬਾਬਾ ਦਾ ਤੁਹਾਡੇ ਡੀਸੀ ਬਣੀ ਬੈਠੇ ਹੈ, ਅਲੀ ਬਾਬਾ ਤੁਹਾਡੇ ਕਮਿਸ਼ਨਰ ਬਣੀ ਬੈਠੇ ਹੈ। ਉਹਨਾਂ ਨੂੰ ਜੇਲ੍ਹਾਂ 'ਚ ਭੇਜਣ ਦਾ ਟਾਈਮ ਆ ਗਿਆ। ਭਗਵੰਤ ਮਾਨ ਜੀ, ਤੁਹਾਨੂੰ ਵੀ ਸਾਲ 1.5 ਸਾਲ ਹੋ ਗਿਆ, ਹੁਣ ਤੁਸੀਂ ਉਹਨੂੰ ਜੇਲ੍ਹਾਂ 'ਚ ਭੇਜਣੇ ਸ਼ੁਰੂ ਕਰੋ। ਹੁਣ ਸਾਨੂੰ ਨਹੀਂ ਪਤਾ ਕੇਂਦਰ ਦੀ ਏਜੰਸੀਆਂ ਵਿਚਾਰੀਆਂ ਜਾਂ ਕੇਂਦਰ ਦਾ ਡੰਡਾ ਹੈ ਜਾਂ ਕਿਤੇ ਹੋਰ ਦਾ ਡੰਡਾ ਹੈ। ਕਿਹੜੇ ਅਧਿਕਾਰੀ ਹੁਣ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਬਾਕੀ ਹੈ? ਕਿ ਨਾਮ ਕੋਈ ਲਿਸਟ ਜਾਰੀ ਕਰੋਗੇ ਕਿ ਇਹ ਅਧਿਕਾਰੀ ਰਹਿ ਕੇ ਕਰੋ ਕਾਰਵਾਈ ਇਹਨਾਂ ਤੇ? ਲਿਸਟ ਤਾਂ ਭਗਵੰਤ ਮਾਨ ਜੀ ਜਾਰੀ ਕਰਨਾ ਕਿ ਕਿਹੜੇ ਉਹ 80 ਆਈਐਸ ਅਫਸਰ ਭਗਵੰਤ ਮਾਨ ਦੇ ਘਰ ਗਏ ਸੀ ਕਿ ਨੀਲਿਮਾ ਦੇ ਐਕਸ਼ਨ ਨਾ ਲਵੋ। ਠੀਕ ਹੈ, ਚੋਰ ਦਾ ਸਾਥੀ ਚੋਰ ਹੀ ਹੁੰਦਾ। ਜੇ ਕੋਈ ਠੱਗ ਨੂੰ ਬਚਾਉਣ ਵਾਸਤੇ ਉਹਦੀ ਹਮਾਇਤ 'ਚ ਖੜਿਆ ਹੋਇਆ, ਉਹ ਠੱਗ ਹੀ ਹੈ। ਮੈਂ ਉਹਨਾਂ 80 ਨੂੰ ਠੱਗ ਹੀ ਕਹਿਣਾ। ਠੀਕ ਹੈ, ਉਹ ਲਿਸਟ ਤਾਂ ਫਿਰ ਭਗਵੰਤ ਮਾਨ ਜੀ ਬਣਾਉਣ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜਿਓ। ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਪੰਜਾਬ ਦੇ ਵਿੱਚ ਕਈ ਆਈਏਐਸ ਅਧਿਕਾਰੀ ਜ਼ਮੀਨਾਂ ਦੇ ਨਾਂ ਤੇ, ਅਮਰੂਦਾਂ ਦੇ ਨਾਮ ਤੇ ਘਪਲਾ ਕਰ ਰਹੇ ਸੀਗੇ, ਤਾਂ ਫੜੇ ਵੀ ਗਏ ਸੀਗੇ, ਪਰ ਨਾਮ ਸਾਹਮਣੇ ਆਏ ਨੇ, ਨਾਮ ਹੀ ਗਲਤ ਲਿਖ ਦਿੱਤੇ ਕਈਆਂ ਦੇ। ਤਾਂ ਉਸ ਤੋਂ ਬਾਅਦ ਜਿਹੜੇ ਸਰਗਰਮ ਹੋਏ ਸਤਨਾਮ ਸਿੰਘ ਦਾਊ ਆਵਾਜ਼ ਲਗਾਤਾਰ ਚੁੱਕਦੇ ਰਹੇ। ਜਿੰਨਾ ਵੀ ਘਪਲਾ ਹੁੰਦਾ ਰਿਹਾ, ਭਾਵੇਂ ਉਹ ਬਾਗਾਂ ਦਾ ਸੀਗਾ, ਭਾਵੇਂ ਉਹ ਕਿਸੇ ਵੀ ਪਲਾਟ ਦਾ ਸੀਗਾ, ਤਾਂ ਹਮੇਸ਼ਾ ਗੱਲ ਚੁੱਕੀ। ਹੁਣ ਵੀ ਕਈ ਆਈਏਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਹੋਏ ਨੇ, ਪਰ ਕਾਰਵਾਈ ਨਹੀਂ ਹੋ ਰਹੀ। ਇਹਨਾਂ ਦਾ ਕਹਿਣਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਡੱਕਿਆ ਜਾ ਰਿਹਾ, ਕਿਉਂ ਬਾਹਰ ਰੱਖਿਆ ਹੋਇਆ? ਸਾਰਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਤਨਾਮ ਦਾਊ ਨੇ, ਆਵਾਜ਼ ਚੁੱਕਦੇ ਰਹਿੰਦੇ। ਦਾਊ ਸਾਹਿਬ, ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਖਾਸ ਤੌਰ ਤੇ। ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਬੀਤੇ ਦਿਨਾਂ ਦੇ ਵਿੱਚ, ਕਿਉਂਕਿ ਵਿਜੀਲੈਂਸ ਨੇ ਆਪਣੀ ਕਾਰਵਾਈ ਕੀਤੀ ਸੀਗੀ ਤੇ ਇਹ ਵੀ ਤੁਸੀਂ ਵਿਸ਼ਵਾਸ ਜਤਾਇਆ ਕਿ ਵਧੀਆ ਕੰਮ ਕਰ ਰਹੀ ਹੈ ਵਿਜੀਲੈਂਸ। ਤਾਂ ਕੀ ਲੱਗਦਾ ਅੱਜ ਫਿਰ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੀ ਹੈ? ਇਸ ਦੇ ਵਿੱਚ ਕਿਉਂ ਜਿਹੜਾ ਕਰਨੀ ਪੈਗੀ ਪ੍ਰੈਸ ਕਾਨਫਰੰਸ? ਦੇਖੋ, ਕੱਚ ਦੇ ਗਲਾਸ 'ਚ ਪਾਣੀ ਅੱਧਾ ਹੋਵੇ ਨਾ ਤਾਂ ਕਈਆਂ ਨੂੰ ਤਾਂ ਅੱਧਾ ਖਾਲੀ ਨਜ਼ਰ ਆਉਂਦਾ, ਕਈਆਂ ਨੂੰ ਭਰਿਆ ਨਜ਼ਰ ਆਉਂਦਾ। ਮੈਨੂੰ ਭਰਿਆ ਨਜ਼ਰ ਆਉਂਦਾ ਬਹੁਤ ਜ਼ਿਆਦਾ ਕਿ ਜੋ ਕੰਮ ਵਿਜੀਲੈਂਸ ਬਿਊਰੋ ਨੇ ਕੀਤਾ, ਜੋ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਕੀਤਾ, ਉਹ ਪੁਰਾਣੇ ਸਮੇਂ 'ਚ ਨਹੀਂ ਹੋਇਆ। ਇਹ ਭਰਿਆ ਹੋਇਆ ਗਲਾਸ ਹੈ, ਪਰ ਅੱਧਾ ਖਾਲੀ ਵੀ ਨਜ਼ਰ ਆ ਰਿਹਾ ਕਿ ਬਾਕੀ ਚੋਰ ਤਾਂ ਅੰਦਰ ਹੈ। ਅਮਰੂਦਾਂ ਦੇ ਬਾਗਾਂ ਦੇ ਸਕੈਮ 'ਚ ਆਈਐਸ ਅਫਸਰਾਂ ਦੀ ਪਤਨੀਆਂ ਦਾ ਕੀ ਹੋਇਆ? ਉਹ ਅੰਦਰ ਨਹੀਂ ਗਏ। ਫਲਿਪਸ ਵਾਲੇ ਮਾਮਲੇ 'ਚ ਬਹੁਤ ਸਾਰੇ ਠੱਗ ਅੰਦਰ ਗਏ ਹੈ, ਪਰ ਨੀਲਿਮਾ ਅੰਦਰ ਨਹੀਂ ਗਈ। ਜੇ ਤੁਸੀਂ 3 ਨੰਬਰ ਇਨਕੁਆਰੀ ਦੇ ਵਿੱਚ ਜਿਹੜੇ ਫਲਿਪਸ ਵਰਗੇ ਹੋਰ 400-500 ਪਲਾਟ ਹੈ ਜਿਹਦੇ ਠੱਗ ਕਹਿੰਦੇ ਸੀ ਸਿਉਂਖ ਆ ਗਈ, ਉਹ ਰਿਕਾਰਡ ਅਸੀਂ ਜਗ ਜ਼ਾਹਰ ਕਰਤਾ, ਉਹਦੇ ਵਿੱਚ ਕਾਰਵਾਈ ਨਹੀਂ ਹੋ ਰਹੀ। ਤੋ ਹੁਣ ਸੈਨੇਟਰੀ ਪੈਡ ਦਾ ਸਕੈਮ ਹੈ, ਅਖਬਾਰਾਂ 'ਚ ਖਬਰਾਂ 'ਚ ਲੱਗੀਆਂ, ਉਹਦੇ ਵਿੱਚ ਵੀ ਆਈਐਸ ਅਫਸਰ ਹੈ। ਜਦ ਤੁਸੀਂ ਇਹਨਾਂ ਆਈਐਸ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕਰੋਗੇ, ਮੈਂ ਪੰਜਾਬੀ 'ਚ ਇੱਕ ਫਿਲਮ ਦੀ ਗੱਲ ਕਰਦਾ ਹੁੰਦਾ, ਹਿੰਦੀ 'ਚ ਫਿਲਮ ਆਈ ਸੀ ਅਲੀ ਬਾਬਾ 40 ਚੋਰ, ਤੁਸੀਂ 40 ਚੋਰਾਂ ਨੂੰ ਤਾਂ ਅੰਦਰ ਕਰੀ ਜਾਂਦੇ। ਅਲੀ ਬਾਬਾ ਦਾ ਤੁਹਾਡੇ ਡੀਸੀ ਬਣੀ ਬੈਠੇ ਹੈ, ਅਲੀ ਬਾਬਾ ਤੁਹਾਡੇ ਕਮਿਸ਼ਨਰ ਬਣੀ ਬੈਠੇ ਹੈ, ਉਹ ਤਾਂ ਸਨਮਾਨਯੋਗ ਸੀਟਾਂ 'ਤੇ ਬੈਠੇ ਹੈ। ਜਿਹੜੀ ਲੋਕਾਂ ਦੇ ਟੈਕਸ ਨਾਲ ਆਈਐਸ ਅਫਸਰ ਕੋਈ ਡੀਸੀ ਬਣੀ ਬੈਠਾ, ਕੋਈ ਐਮਡੀ ਬਣੀ ਬੈਠਾ, ਉਹਨਾਂ ਦੀ ਅਸਲੀ ਥਾਂ ਤਾਂ ਜੇਲ੍ਹ ਹੈ। ਉਹ ਤੁਸੀਂ ਜੇਲ੍ਹਾਂ ਭੇਜਣ ਦੀ ਥਾਂ ਉਹਨਾਂ ਨੂੰ ਸਨਮਾਨ ਦੇ ਕੇ ਸਾਡੇ ਸਿਰ 'ਤੇ ਕਿਉਂ ਬਿਠਾਇਆ? ਭਗਵੰਤ ਮਾਨ ਜੀ, ਉਹਨਾਂ ਨੂੰ ਜੇਲ੍ਹਾਂ 'ਚ ਭੇਜੋ, ਪੰਜਾਬ ਆਪੇ ਠੀਕ ਹੋ ਜਾਏਗਾ। ਕਾਰਨ ਕੀ ਹੈ? ਕਿਉਂ ਨਹੀਂ ਕਾਰਵਾਈ ਹੋ ਰਹੀ? ਕਿਉਂ ਇੰਨਾ ਸਮਾਂ ਲੱਗ ਰਿਹਾ? ਜਿਵੇਂ ਤੁਸੀਂ ਧੰਨਵਾਦ ਕਰਕੇ ਆਏ ਖਾਸ ਤੌਰ ਤੇ ਵਿਜੀਲੈਂਸ ਦਾ ਕਿ ਸਰਕਾਰ ਵੀ ਵਧੀਆ ਕੰਮ ਕਰ ਰਹੀ ਹੈ। ਇੱਕ ਤਾਂ ਹੁੰਦਾ ਕਿ ਪ੍ਰਦਰਸ਼ਨ ਦੇ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਕਿ ਮੁਰਦਾਬਾਦ ਦੀ ਗੱਲ ਕੀਤੀ ਜਾਂਦੀ ਹੈ, ਪਰ ਉੱਥੇ ਤੁਸੀਂ ਖਾਸ ਤੌਰ ਤੇ ਧੰਨਵਾਦ ਕੀਤਾ ਸੀਗਾ। ਫਿਰ ਤੁਸੀਂ ਅੱਜ ਇਹੀ ਕਹਿ ਰਹੇ ਹੋ ਕਿ ਕਾਰਵਾਈ ਹੋ ਨਹੀਂ ਰਹੀ। ਕਿਉਂ ਨਹੀਂ ਹੋ ਰਹੀ? ਇਸ ਦਾ ਕੀ ਕਾਰਨ ਹੈ? ਕਿਸੇ ਦਾ ਦਬਾਅ ਬਣਿਆ ਹੋਇਆ ਉੱਥੋਂ? ਅਸੀਂ ਆਜ਼ਾਦ ਹਾਂ ਜੀ। ਜਦੋਂ ਸਰਕਾਰ ਚੰਗਾ ਕੰਮ ਕਰਦੀ ਅਸੀਂ ਦੱਬ ਕੇ ਤਾਰੀਫਾਂ ਕਰਾਂਗੇ। ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਕਿ ਹਰ ਕੰਮ 'ਚ ਨੈਗੇਟਿਵਿਟੀ ਲੱਭਣੀ ਹੈ, ਨੁਕਤਾਚੀਨੀ ਕਰਨੀ ਹੈ। ਜਦੋਂ ਸਰਕਾਰ ਚੰਗਾ ਕੰਮ ਕਰੇਗੀ ਅਸੀਂ ਬਿਲਕੁਲ ਤਾਰੀਫ ਕਰਾਂਗੇ। ਵਿਜੀਲੈਂਸ ਦਫ਼ਤਰ ਦੇ ਬਾਹਰ ਅਸੀਂ ਪੁਤਲੇ ਫੂਕੇ ਆਈਐਸ ਅਫਸਰਾਂ ਦੇ। ਭਗਵੰਤ ਮਾਨ ਜੀ ਨੇ ਦੂਜੇ ਦਿਨ ਚਿੱਠੀ ਕੱਢੀ ਕਿ 2 ਵਜੇ ਤੱਕ ਨੌਕਰੀ 'ਤੇ ਆ ਜਾਓ ਸਾਰੇ ਅਫਸਰ। ਆਈਐਸ ਅਫਸਰਾਂ ਨੇ 26 ਸੈਕਟਰ ਮੀਟਿੰਗ ਰੱਖੀ ਸੀ, ਉਹ ਕੈਂਸਲ ਹੋਈ ਹੈ। ਉਹ ਸਾਡੇ ਦਬਾਅ ਕਰਕੇ, ਪਬਲਿਕ ਦੇ ਦਬਾਅ ਕਰਕੇ ਹੋਇਆ। ਵਿਜੀਲੈਂਸ ਦਫ਼ਤਰ ਦੇ ਬਾਹਰ ਪੁਤਲੇ ਫੂਕਣ ਕਰਕੇ ਹੋਇਆ। ਸਾਡਾ ਇੱਕ ਪਬਲਿਕ ਦਾ ਰੋਲ ਹੈਗਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਵੱਡੇ ਠੱਗ ਹੈ ਉਹਨਾਂ ਨੂੰ ਜੇਲ੍ਹਾਂ 'ਚ ਭੇਜਣ ਦਾ ਟਾਈਮ ਆ ਗਿਆ। ਭਗਵੰਤ ਮਾਨ ਜੀ, ਤੁਹਾਨੂੰ ਵੀ ਸਾਲ 1.5 ਸਾਲ ਹੋ ਗਿਆ, ਹੁਣ ਤੁਸੀਂ ਉਹਨੂੰ ਜੇਲ੍ਹਾਂ 'ਚ ਭੇਜਣੇ ਸ਼ੁਰੂ ਕਰੋ। ਹੁਣ ਸਾਨੂੰ ਨਹੀਂ ਪਤਾ ਕੇਂਦਰ ਦੀ ਏਜੰਸੀਆਂ ਵਿਚਾਰੀਆਂ ਜਾਂ ਕੇਂਦਰ ਦਾ ਡੰਡਾ ਹੈ ਜਾਂ ਕਿਤੇ ਹੋਰ ਦਾ ਡੰਡਾ ਹੈ, ਪਰ ਸਾਨੂੰ ਤਾਂ ਇੰਨਾ ਪਤਾ ਕਿ ਜਿਹੜੇ ਠੱਗ ਸਾਹਮਣੇ ਆ ਚੁੱਕੇ ਹੈ ਆਈਐਸ ਤੇ ਪੀਸੀਐਸ, ਉਹ ਹਾਲੇ ਜੇਲ੍ਹਾਂ 'ਚ ਨਹੀਂ ਗਏ। ਆਈ ਅਸੀਂ ਮੰਗ ਕਰਦੇ ਹਾਂ ਜੇ ਉਹ ਜੇਲ੍ਹਾਂ ਜਾਣਗੇ ਤਾਂ ਬਾਕੀ ਲੋਕ ਡਰਨਗੇ, ਨਹੀਂ ਤਾਂ ਇਹ ਲੱਗਣਾ ਵੀ 2-4 ਦਿਨ ਰੌਲਾ ਪੈਣਾ, ਸਰਕਾਰਾਂ ਬਦਲ ਜਾਣੀਆਂ, ਫਿਰ ਵੱਜ ਜਾਣਗੇ, ਫਿਰ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ। ਇਸ ਕਰਕੇ ਅਸੀਂ ਮੰਗ ਕਰਦੇ ਕਿ ਉਹਨਾਂ ਨੂੰ ਜੇਲ੍ਹਾਂ 'ਚ ਭੇਜੋ।
FIR ਦਰਜ ਹੁੰਦੀ ਹੈ, ਵਿਜੀਲੈਂਸ ਵੀ ਇਸ ਦੀ ਪੁਸ਼ਟੀ ਕਰਦੀ ਹੈ, ਪਰ ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਕਈ ਦਰਜਨਾਂ ਦੇ ਉੱਤੇ FIR ਦਰਜ ਹੋ ਜਾਂਦੀ ਹੈ, ਉਹਨਾਂ ਦੇ ਨਾਮ ਵੀ ਨਹੀਂ ਕੁਝ ਹੋ ਰਿਹਾ, ਉਹਨਾਂ ਦੇ ਉੱਤੇ ਵੀ ਨਹੀਂ ਕੋਈ ਕਾਰਵਾਈ ਹੋ ਰਹੀ, ਉਹਨਾਂ ਨੇ ਵੀ ਇਸੇ ਤੱਕ ਰੱਖਿਆ ਹੋਇਆ। ਨਹੀਂ, ਜਿਹੜਾ ਅਮਰੂਦਾਂ ਦੇ ਬਾਗਾਂ ਦਾ ਸਕੈਮ ਹੈ ਉਹ 'ਚ 15 ਲੋਕ ਅੰਦਰ ਹੈ, ਪਰ IAS ਅਫਸਰਾਂ ਦੇ ਪਰਿਵਾਰਕ ਮੈਂਬਰ ਅੰਦਰ ਨਹੀਂ ਹੋਏ। ਉਹਨਾਂ ਨੇ ਤਾਂ ਬਕਾਇਦਾ ਉਹਨਾਂ ਦੇ ਨਾਮ ਹੈ, ਉਹ ਗਮਾਡਾ ਦੇ CA ਤੇ AC ਰਹੇ ਹੈ, ਉਹਨਾਂ ਦਾ ਹਾਲੇ ਤੱਕ ਕੋਈ ਨਾਮ ਨਹੀਂ ਆਇਆ। ਜਿਹੜਾ 84 ਦੇ ਦੰਗਾ ਪੀੜਤਾਂ ਦੇ ਨਾਂ ਤੇ ਹਜ਼ਾਰਾਂ ਪਲਾਟਾਂ ਦਾ ਬੂਥਾਂ ਦਾ ਘਪਲਾ ਹੋਇਆ, ਮੇਰੇ ਵੱਲੋਂ ਸ਼ਿਕਾਇਤ ਪੈਂਡਿੰਗ ਹੈ, ਉਹ 'ਤੇ ਹਾਲੇ ਪਰਚਾ ਵੀ ਦਰਜ ਨਹੀਂ ਹੋਇਆ। ਇਸ ਤਰ੍ਹਾਂ ਹੀ ਸੈਨੇਟਰੀ ਪੈਡਸ ਦਾ ਜਾਂ ਜਿਹੜੀ ਅੱਜ ਕੱਲ੍ਹ ਪੀਪਿਆਂ ਦੀ ਗੱਲ ਚੱਲਦੀ ਹੈ ਆਂਗਨਵਾੜੀ ਸੈਂਟਰ, ਉਹਦੇ ਵੀ ਹਾਲੇ ਤੱਕ ਪਰਚਾ ਦਰਜ ਨਹੀਂ ਹੋਇਆ। ਅਸੀਂ ਕਹਿੰਦੇ ਜਿਹਨਾਂ ਦੇ ਪਰਚੇ ਦਰਜ ਹੋ ਗਏ ਉਹਨਾਂ ਦੇ ਜਿਹੜੇ ਮੇਨ ਜਿਹੜੇ ਉੱਪਰਲੇ ਸੀਨੀਅਰ ਅਧਿਕਾਰੀਆਂ IAS ਤੇ PCS ਉਹਨਾਂ ਨੂੰ ਜੇਲ੍ਹਾਂ 'ਚ ਭੇਜੋ। ਜਿਹੜੀ ਇਨਕੁਆਰੀਆਂ ਪੈਂਡਿੰਗ ਹੈ ਉਹਨਾਂ 'ਤੇ ਐਕਸ਼ਨ ਲੈ ਕੇ ਪਰਚੇ ਦਰਜ ਕਰੋ। ਸਭ ਤੋਂ ਵੱਡਾ ਸਕੈਮ ਜਿਹੜਾ PSIC ਦਾ ਸਕੈਮ ਹੈ, ਇਨਕੁਆਰੀ ਨੰਬਰ 3 ਤੇ ਇਨਕੁਆਰੀ ਨੰਬਰ 4 ਜਿਹੜੀ ਹੈ ਉਹਦੇ ਵਿੱਚ ਕੋਈ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਭੇਜੋ, ਤਾਂ ਪੰਜਾਬ ਦਾ ਭਲਾ ਹੋਣਾ। ਨਹੀਂ ਤਾਂ ਪੰਜਾਬ 3 ਲੱਖ ਕਰੋੜ ਦੇ ਲਗਭਗ ਕਰਜ਼ੇ 'ਚ ਹੈ, ਤੇ 3 ਲੱਖ ਕਰੋੜ ਦਾ ਕਰਜ਼ਾ ਜੇ ਅਸੀਂ ਦੱਸ ਰਹੇ ਹਾਂ ਇਹਦੇ ਤੋਂ ਹੀ ਪੂਰਾ ਹੋ ਜਾਏਗਾ। ਇਹ ਕਿਹੜੇ ਅਧਿਕਾਰੀ ਹੁਣ ਰਹਿ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਬਾਕੀ ਹੈ? ਕਿ ਨਾਮ ਕੋਈ ਲਿਸਟ ਜਾਰੀ ਕਰੋਗੇ ਕਿ ਇਹ ਅਧਿਕਾਰੀ ਰਹਿ ਕੇ ਕਰੋ ਕਾਰਵਾਈ ਇਹਨਾਂ ਤੇ? ਲਿਸਟ ਤਾਂ ਭਗਵੰਤ ਮਾਨ ਜੀ ਜਾਰੀ ਕਰਨਾ ਕਿ ਕਿਹੜੇ ਉਹ 80 IAS ਅਫਸਰ ਭਗਵੰਤ ਮਾਨ ਦੇ ਘਰ ਗਏ ਸੀ ਕਿ ਨੀਲੀਮਾਨ ਦੇ ਐਕਸ਼ਨ ਨਾ ਲਵੋ। ਠੀਕ ਹੈ, ਚੋਰ ਦਾ ਸਾਥੀ ਚੋਰ ਹੀ ਹੁੰਦਾ। ਜੇ ਕੋਈ ਠੱਗ ਨੂੰ ਬਚਾਉਣ ਵਾਸਤੇ ਉਹਦੀ ਹਮਾਇਤ 'ਚ ਖੜਾ ਹੋਇਆ ਉਹ ਠੱਗ ਹੀ ਹੈ। ਮੈਂ ਉਹਨਾਂ 80 ਨੂੰ ਠੱਗ ਹੀ ਕਹਿੰਦਾ। ਠੀਕ ਹੈ, ਉਹ ਲਿਸਟ ਤਾਂ ਫਿਰ ਭਗਵੰਤ ਮਾਨ ਜੀ ਬਣਾਉਣ। ਉਹਦੇ 'ਚ DC ਵੀ ਹੈ, ਕੋਈ MD ਵੀ ਹੈ, ਕੋਈ PSIC ਦਾ MD ਵੀ ਹੈ, ਕੋਈ ਗਮਾਡਾ ਦਾ CA ਹੈ, ਕੋਈ ਗਮਾਡਾ ਦਾ AC ਹੈ। ਕਿਹਦਾ ਨਾਮ ਲੈ ਲਈਏ? ਸਾਨੂੰ ਚੋਰਾਂ ਠੱਗਾਂ ਦਾ ਨਾਮ ਲੈਣ ਦੀ, ਯਾਦ ਰੱਖਣ ਦੀ ਕੋਈ ਆਦਤ ਨਹੀਂ ਹੈ। FIR ਬੋਲਦੇ ਆ, FIR 'ਚ ਨਾਮ ਹੈਗੇ ਆ। ਸਰਕਾਰ ਨੇ ਤਾਂ ਖਾਸ ਤੌਰ ਤੇ ਸਿੱਧਾ ਸਪਸ਼ਟ ਕਹਿ ਦਿੱਤਾ ਸੀ ਜੇ ਕੋਈ ਨਾ ਆਇਆ ਕਾਰਵਾਈ ਹੋਏਗੀ। ਫਿਰ ਉਹ ਤਾਂ ਕਾਰਵਾਈ ਕਰ ਰਹੇ ਨੇ, ਫਿਰ ਤੁਹਾਨੂੰ ਕੀ ਲੱਗਦਾ ਲਗਾਤਾਰ ਕੋਈ ਭ੍ਰਿਸ਼ਟਾਚਾਰ ਦੇ ਵੱਲ ਜਾਂਦਾ ਹੈ? ਭਾਵੇਂ ਰਾਜਜੀਤ ਹੈਗਾ ਉਸ ਦੇ ਉੱਤੇ ਵੀ ਕਾਰਵਾਈ ਕਰ ਦਿੱਤੀ, ਸਰਕਾਰ ਤਾਂ ਕੰਮ ਕਰ ਰਹੀ ਹੈ, ਫਿਰ ਤੁਹਾਨੂੰ ਕੀ ਲੱਗਦਾ ਫਿਰ ਕਿਉਂ ਰੁਕਿਆ ਹੋਇਆ ਕੰਮ? ਅਸੀਂ ਤਾਰੀਫ ਕਰਦੇ ਹਾਂ ਸਰਕਾਰ ਦੀ ਜਿਹੜਾ ਕੰਮ ਕੀਤਾ, ਪਰ ਅਸੀਂ ਹੁਣ ਧੱਕਾ ਲਗਾਉਣ ਵਾਸਤੇ ਕਰ ਰਹੇ ਵੀ ਜਿਹੜਾ ਰਹਿ ਗਿਆ ਉਹ ਵੀ ਕਰ। ਠੀਕ ਹੈ, ਉਹ ਜਿਹੜਾ ਰੋੜਾ ਬਣਿਆ ਹੈ ਨਾ ਸਾਡੇ ਭਗਵੰਤ ਮਾਨ ਦੀ ਗੱਡੀ ਦੇ ਅੱਗੇ, ਉਹ IAS ਅਫਸਰ ਹੈ, ਉਹ ਜੇਲ੍ਹ 'ਚ ਕਿਉਂ ਨਹੀਂ ਗਿਆ? ਉਹ ਰੋੜੇ ਨੂੰ ਹਟਾ, ਪਹਿਲੇ ਗੱਡੀ ਆਪਣੇ ਆਪ ਭੱਜੇਗੀ ਭਗਵੰਤ ਮਾਨ ਦੀ, ਕੰਮ ਵਧੀਆ ਹੋਏਗਾ। ਜਿਹੜੇ ਵੱਡੇ ਠੱਗ ਨੂੰ ਜੇਲ੍ਹਾਂ 'ਚ ਭੇਜਣ ਦਾ ਟਾਈਮ ਆ ਗਿਆ, ਭਗਵੰਤ ਮਾਨ ਜੀ ਇਹਨੂੰ ਜੇਲ੍ਹਾਂ 'ਚ ਭੇਜੋ, ਤਾਂ ਅਸੀਂ ਰੌਲਾ ਪਾ ਰਹੇ ਹਾਂ। ਠੀਕ ਹੈ। ਸਤਨਾਮ ਸਿੰਘ ਦਾਊਂ ਸਾਡੇ ਨਾਲ ਸੀ। ਸਾਫ਼ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਜਿਹੜੇ IAS ਅਧਿਕਾਰੀ ਨੇ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਠੱਗੇ ਨੇ, ਲੋਕਾਂ ਨੂੰ ਠੱਗਿਆ, ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਸ ਤਰੀਕੇ ਨਾਲ ਧੋਖਾਧੜੀ, ਅਮਰੂਦਾਂ ਦੇ ਜਾਲੀ ਬਾਗ ਦਿਖਾ ਕੇ ਕਾਗਜ਼ਾਂ ਦੇ ਵਿੱਚ ਇੰਨੇ ਪੈਸੇ ਕਮਾ ਲਏ ਨੇ, ਪਰ ਅਸਲ ਦੇ ਵਿੱਚ ਕਾਰਵਾਈ ਹੁੰਦੀ ਹੈ ਜਾਂ ਨਹੀਂ? ਕਿਹੜੇ ਅਧਿਕਾਰੀ 80 ਦੇ ਨੇੜੇ ਤੇੜੇ ਮਿਲ ਕੇ ਆਏ ਸੀਗੇ ਮੁੱਖ ਮੰਤਰੀ ਪੰਜਾਬ ਨੂੰ, ਉਹਨਾਂ ਨੂੰ ਵੀ ਇਹ ਕਹਿ ਰਹੇ ਨੇ ਕਿ ਇਹ ਵੀ ਉਸੇ ਤਰ੍ਹਾਂ ਨੇ, ਉਹਨਾਂ ਦੇ ਉੱਤੇ ਵੀ ਕਾਰਵਾਈ ਹੁੰਦੀ ਹੈ ਜਾਂ ਨਹੀਂ? ਇਹ ਦੇਖਣਾ ਹੋਏਗਾ। ਵਿਚਾਰ ਜੂ ਸਾਂਝੇ ਕਰਿਓ। ਕੈਮਰਾ ਸਹਿਯੋਗ ਦੇ ਸੀ ਸ਼ਿਵਾ। ਧੰਨਵਾਦ।